Good morning, students. So, beta ਅੱਜ ਆਪਾਂ ਕਰਾਂਗੇ forms of price mechanism in economic planning. First ਹੈ ਇਹਦੇ ਵਿੱਚ ਤੁਹਾਡੇ ਕੋਲ competitive pricing system. Economic plan ਦੇ ਵਿੱਚ ਦੋ ਤਰ੍ਹਾਂ ਦੀ price mechanism ਹੈ ਜਿਹੜਾ ਉਹ prevail ਕਰਦਾ ਹੈ. First ਹੈ competitive ਤੇ ਦੂਸਰਾ authoritative. Competitive pricing system ਹੁੰਦਾ ਹੈ ਜਿਹੜਾ ਕਿ ਮਾਰਜਨਲ ਪ੍ਰਿੰਸੀਪਲ 'ਤੇ ਬੇਸਡ ਹੁੰਦਾ ਹੈ. ਮਾਰਜਨਲ ਦਾ ਮਤਲਬ ਹੁੰਦਾ ਬੇਟਾ ਚੇਂਜ ਹਮੇਸ਼ਾ, ਠੀਕ ਹੈ. ਇਹਨੂੰ ਮਾਰਕੀਟ ਮੈਕੈਨਿਜ਼ਮ ਹੈ ਜਿਹੜਾ ਉਹਦਾ ਵੀ ਇੱਕ ਇਮੀਟੇਸ਼ਨ ਜਾਂ ਜਿਵੇਂ ਉਹਦਾ ਹੀ ਇੱਕ ਪਾਰਟ ਵੀ ਮੰਨਿਆ ਜਾ ਸਕਦਾ. ਇਹਦੇ ਵਿੱਚ ਪਲੈਨਿੰਗ ਅਥੋਰਿਟੀ ਲੋਕਾਂ ਦੀਆਂ ਜਿਹੜੀ ਵਿਲਿੰਗਨੈਸ, ਪਾਵਰ ਟੂ ਵਰਕ, ਉਹਨਾਂ ਦਾ ਆਕੂਪੇਸ਼ਨ, ਲੈਜਰ, ਵਾਂਟਸ, ਉਹਨਾਂ ਸਭ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੀ ਹੈ. ਇਨ ਅਦਰ ਵਰਡਸ, ਇਸ ਪ੍ਰਾਈਸਿੰਗ ਸਿਸਟਮ ਦੇ ਵਿੱਚ ਇੰਡੀਵਿਜੂਅਲ ਪ੍ਰੈਫਰੈਂਸਿਸ ਨੂੰ ਧਿਆਨ 'ਚ ਰੱਖਿਆ ਜਾਂਦਾ ਹੈ. ਐਗਜ਼ਾਮਪਲ ਦਿੱਤੀ ਹੈ ਉਹਨੇ, ਕਹਿੰਦਾ ਮੰਨ ਲਓ ਕਿਸੇ ਚੀਜ਼ ਦੀ ਕਮੀ ਹੋ ਗਈ ਹੈ ਅੰਡਰ ਦਾ ਸਰਕਮਸਟੈਂਸਿਸ, ਪਰ ਪਲੈਨਿੰਗ ਅਥੋਰਿਟੀ ਉਹਦਾ ਪ੍ਰਾਈਸ ਹੈ ਜਿਹੜਾ ਇਨਕਰੀਜ਼ ਕਰ ਜੂਗੀ, ਕਿਉਂਕਿ ਜਦੋਂ ਦੇਖੋ ਬੱਚੇ ਡਿਮਾਂਡ ਅਤੇ ਸਪਲਾਈ ਦਾ ਗੈਪ ਆਉਂਦਾ ਹੈ, ਪ੍ਰਾਈਸਿਸ ਵੱਧਦੇ ਨੇ, ਠੀਕ ਹੈ. ਜੇ ਕਮੋਡਿਟੀ ਸਰਪਲਸ ਹੋਊਗੀ ਤਾਂ ਉਹਦਾ ਪ੍ਰਾਈਸ ਘੱਟ ਜੂਗਾ. ਤਾਂ ਡਿਫਰੈਂਸ ਬਿਟਵੀਨ ਕੰਪੀਟੀਟਿਵ ਪ੍ਰਾਈਸਿੰਗ ਅੰਡਰ ਇਕਨੋਮਿਕ ਪਲੈਨਿੰਗ ਐਂਡ ਪ੍ਰਾਈਸ ਮੈਕੈਨਿਜ਼ਮ ਅੰਡਰ ਫ੍ਰੀ ਮਾਰਕੀਟ ਇਕੋਨਮੀ ਸਿਰਫ ਇਹੀ ਹੈ ਕਿ ਇਕਨੋਮਿਕ ਪਲੈਨਿੰਗ ਦੇ ਵਿੱਚ ਜਿਹੜਾ ਇਕਲਿਬਰੀਅਮ ਹੈ ਬਿਟਵੀਨ ਡਿਮਾਂਡ ਐਂਡ ਸਪਲਾਈ ਉਹ ਸਰਕਾਰ ਲੈ ਕੇ ਆਉਂਦੀ ਹੈ ਬਾਈ ਚੇਂਜਿੰਗ ਦਾ ਪ੍ਰਾਈਸਿੰਗ ਅਲੋਨ, ਪ੍ਰਾਈਸਿਸ ਦੇ ਵਿੱਚ ਘਾਟਾ ਵਾਧਾ ਕਰਕੇ. ਫ੍ਰੀ ਮਾਰਕੀਟ ਇਕੋਨਮੀ ਦੇ ਵਿੱਚ ਜਦੋਂ ਪ੍ਰਾਈਸਿੰਗ ਮੈਕੈਨਿਜ਼ਮ ਚੱਲਦਾ ਹੈ ਉਦੋਂ ਜਿਹੜੀ ਡਿਮਾਂਡ ਅਤੇ ਸਪਲਾਈ ਦੇ ਵਿੱਚ ਕੋਈ ਇਨਇਕੁਐਲਿਟੀ ਆਉਂਦੀ ਹੈ ਉਹਦੇ 'ਚ ਸਪਲਾਈ ਨੂੰ ਘਟਾਇਆ ਜਾਂ ਵਧਾਇਆ ਜਾਂਦਾ ਹੈ, ਠੀਕ ਹੈ. ਦੋ ਹੀ ਚੀਜ਼ਾਂ ਨੇ. ਜਦੋਂ ਇਕਨੋਮਿਕ ਪਲੈਨਿੰਗ ਦੇ ਅੰਡਰ ਗਵਰਨਮੈਂਟ ਜਿਹੜਾ ਹੈ ਉਹ ਇਕਲਿਬਰੀਅਮ ਲਿਆਊਗੀ, ਉਹ ਪ੍ਰਾਈਸਿੰਗ ਨਾਲ ਲੈ ਕੇ ਆਊਗੀ. ਫ੍ਰੀ ਮਾਰਕੀਟ ਇਕੋਨਮੀ ਦੇ ਵਿੱਚ ਜਿੱਥੇ ਡਿਮਾਂਡ ਅਤੇ ਸਪਲਾਈ ਦੀਆਂ ਫੋਰਸਿਸ ਫ੍ਰੀਲੀ ਆਪਰੇਟ ਕਰਦੀਆਂ ਨੇ ਉੱਥੇ ਸਪਲਾਈ ਨੂੰ ਬਦਲਿਆ ਜਾਊਗਾ. ਸੋ ਇਕਨੋਮਿਕ ਪਲੈਨਿੰਗ ਦੇ ਵਿੱਚ ਕੰਪੀਟੀਟਿਵ ਪ੍ਰਾਈਸਿਸ ਨੇ ਜਿਹੜੇ ਪਲੈਨਿੰਗ ਅਥੋਰਿਟੀ ਹੈ ਜਿਹੜੀ ਉਹ ਫਿਕਸ ਕਰਦੀ ਹੈ. ਅੰਡਰ ਫ੍ਰੀ ਮਾਰਕੀਟ ਇਕੋਨਮੀ ਜਿਹੜੀ ਪ੍ਰਾਈਸਿਸ ਨੇ ਉਹ ਡਿਮਾਂਡ ਅਤੇ ਸਪਲਾਈ ਦੁਆਰਾ ਹੀ ਡਿਟਰਮਿਨ ਕੀਤੇ ਜਾਂਦੇ ਨੇ. ਸੋ ਕੰਪੀਟੀਟਿਵ ਪ੍ਰਾਈਸਿੰਗ ਸਿਸਟਮ ਹੈ ਜਿਹੜਾ ਉਸ ਨੂੰ ਸਕਸੈਸਫੁਲੀ ਆਪਾਂ ਤਾਂ ਹੀ ਇਨਫੋਰਸ ਕਰ ਸਕਦੇ ਹਾਂ ਜੇ ਲੋਕਾਂ ਨੂੰ ਆਪਣੇ ਇਕਨੋਮਿਕ ਮੈਟਰਸ ਦੇ ਵਿੱਚ ਜਾਂ ਆਪਣੇ ਕੋਈ ਵੀ ਡਿਸੀਜ਼ਨ ਲੈਂਦੇ ਹੋਏ ਪਰਚੇਜ਼ਿੰਗ ਦਾ ਉਹਦੇ ਉੱਤੇ ਕੋਈ ਵੀ ਬਾਈਂਡਿੰਗ ਨਾ ਹੋਵੇ, ਮੀਨਸ ਦੇ ਵਿਲ ਹੈਵ ਅ ਫਰੀਡਮ ਇਨ ਦੇਅਰ ਇਕਨੋਮਿਕ ਮੈਟਰਸ. ਨੈਕਸਟ ਹੈ ਅਥੋਰੀਟੇਟਿਵ ਪ੍ਰਾਈਸਿੰਗ ਸਿਸਟਮ. ਅਥੋਰੀਟੇਟਿਵ ਪ੍ਰਾਈਸਿੰਗ ਸਿਸਟਮ ਉਹ ਸਿਸਟਮ ਜਿੱਥੇ ਪਲੈਨਿੰਗ ਅਥੋਰਿਟੀ ਪ੍ਰਾਈਸਿਸ ਨੂੰ ਫਿਕਸ ਕਰ ਦਿੰਦੀ ਹੈ ਔਨ ਦੀ ਬੇਸਿਸ ਆਫ ਪਬਲਿਕ ਸਕੇਲ ਆਫ ਪ੍ਰੈਫਰੈਂਸਿਸ ਇਨ ਪਲੇਸ ਆਫ ਇੰਡੀਵਿਜੂਅਲ ਪ੍ਰੈਫਰੈਂਸਿਸ. ਇੱਕ ਬੰਦੇ ਦਾ ਧਿਆਨ ਨਹੀਂ ਰੱਖਣਾ, ਪੂਰੀ ਇਕੋਨਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਾਈਸਿਸ ਦੇ ਵਿੱਚ ਬਦਲਾਅ ਹੁੰਦਾ ਹੈ. ਨੋ ਡਾਊਟ ਪਲੈਨਿੰਗ ਅਥੋਰਿਟੀ ਇੰਡੀਵਿਜੂਅਲ ਪ੍ਰੈਫਰੈਂਸਿਸ ਨੂੰ ਧਿਆਨ ਵਿੱਚ ਰੱਖਦੀ ਹੈ, ਪਰ ਜ਼ਿਆਦਾ ਇੰਪੋਰਟੈਂਸ ਦਿੰਦੀ ਹੈ ਟੋਟਲ ਇੰਟਾਇਰ ਸੁਸਾਇਟੀ ਦੀਆਂ ਪ੍ਰੈਫਰੈਂਸਿਸ ਨੂੰ. ਸੋ ਪ੍ਰਾਈਸਿਸ ਨੂੰ ਡਿਟਰਮਿਨ ਕਰਦਿਆਂ ਹੋਇਆ ਡਿਊ ਇੰਪੋਰਟੈਂਸ ਹੈ ਜਿਹੜੀ ਉਹ ਪੋਲੀਟੀਕਲ, ਸੋਸ਼ਲ ਅਤੇ ਇਕਨੋਮਿਕ ਫੈਕਟਰਸ ਨੂੰ ਦਿੱਤੀ ਜਾਂਦੀ ਹੈ. ਇਹ ਸਿਸਟਮ ਹੈ ਜਿਹੜਾ ਐਬਸੋਲਿਊਟਲੀ ਪ੍ਰਾਈਸ ਮੈਕੈਨਿਜ਼ਮ ਤੋਂ ਵੱਖਰਾ ਹੈ. ਇੱਥੇ ਅੰਡਰਡਿਵੈਲਪਡ ਕੰਟਰੀਜ਼ ਦੇ ਵਿੱਚ ਜਿਹੜੇ ਸ਼ੈਡੋ ਪ੍ਰਾਈਸਿਸ ਨੇ, ਸ਼ੈਡੋ ਪ੍ਰਾਈਸਿਸ ਜਿਹੜੇ ਕਿ ਕਿਸੇ ਪ੍ਰੋਡਕਟ ਦੀ ਫੇਸ ਵੈਲਿਊ, ਜੋ ਉਹਦੀ ਵੈਲਿਊ ਐਗਜ਼ਿਸਟ ਕਰਦੀ ਹੈ ਮਾਰਕੀਟ ਦੇ ਵਿੱਚ, ਉਹਦੇ ਬੇਸ ਦੇ ਉੱਤੇ ਹੁੰਦੇ ਨੇ. ਸੋ ਇਨ ਅੰਡਰਡਿਵੈਲਪਡ ਕੰਟਰੀਜ਼ ਸ਼ੈਡੋ ਪ੍ਰਾਈਸਿਸ ਨੇ ਇਕਨੋਮਿਕ ਪਲੈਨਿੰਗ ਫਿਕਸ ਕਰਦੀ ਹੈ. ਸ਼ੈਡੋ ਪ੍ਰਾਈਸਿਸ ਉਹ ਪ੍ਰਾਈਸਿਸ ਜਿਹੜੇ ਕਿਸੇ ਕਮੋਡਿਟੀ ਦੀ ਟਰੂ ਵੈਲਿਊ ਨੂੰ ਰੀਪ੍ਰਜੈਂਟ ਕਰਦੇ ਨੇ. ਇਹਨਾਂ ਨੂੰ ਅਸੀਂ ਵੈਲਿਊ ਆਫ ਮਾਰਜਨਲ ਪ੍ਰੋਡਕਟ ਆਫ ਦੀ ਫੈਕਟਰਸ ਵੀ ਕਹਿ ਦਿੰਦੇ ਹਾਂ. ਮਤਲਬ ਟਰੂ ਵੈਲਿਊ, ਸ਼ੈਡੋ ਪ੍ਰਾਈਸਿਸ ਕੀ ਹੁੰਦੇ ਨੇ, ਮਤਲਬ ਜਦੋਂ ਕਿਸੇ ਚੀਜ਼ ਦੇ ਵਿੱਚ ਬਦਲਾਅ ਆਇਆ, ਪਹਿਲਾਂ ਨਾਲੋਂ ਕਿੰਨਾ ਬਦਲਾਅ ਆਇਆ ਹੈ, ਉਹ ਸ਼ੈਡੋ ਪ੍ਰਾਈਸਿਸ ਹੋ ਜਾਂਦੇ ਨੇ. ਸੋ ਇਕਨੋਮਿਕ ਪਲੈਨਿੰਗ ਦੇ ਵਿੱਚ ਦੋਨੋਂ ਹੀ ਪ੍ਰਾਈਸਿੰਗ ਸਿਸਟਮ ਨੇ ਜਿਹੜੇ ਉਹ ਜੁਆਇੰਟਲੀ ਚੱਲਦੇ ਨੇ. ਕਦੇ ਤੁਸੀਂ ਜਿਹੜਾ ਹੈ ਮਿਕਸ ਹੈ ਜਿਹੜਾ ਉਹਨਾਂ ਦਾ ਉਹ ਲੈ ਕੇ ਚੱਲਦੇ ਹੋ. ਮੈਕਸਿਮਮ ਕੇਅਰ ਹੈ ਜਿਹੜੀ ਪਲੈਨਿੰਗ ਅਥੋਰਿਟੀ ਨੂੰ ਇੰਡੀਵਿਜੂਅਲ ਇੰਟਰਸਟ ਅਤੇ ਪਬਲਿਕ ਇੰਟਰਸਟ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਨੀ ਚਾਹੀਦੀ ਹੈ. ਬਾਈ ਡੂਇੰਗ ਸੋ ਰੀਅਲ ਪ੍ਰੋਬਲਮ ਹੈ ਜਿਹੜੀ ਉਹ ਚੋਇਸ ਨਹੀਂ ਹੋਊਗੀ ਕੰਪੀਟੀਟਿਵ ਪ੍ਰਾਈਸਿੰਗ ਅਤੇ ਅਥੋਰਿਟੀ ਪ੍ਰਾਈਸਿੰਗ ਦੀ. ਰਾਦਰ ਸਾਨੂੰ ਇੱਕ ਰੈਸ਼ਨਲ ਮਿਕਸਚਰ ਹੈ ਜਿਹੜਾ ਉਹ ਦੋਨਾਂ ਦਾ ਲੈਣਾ ਪਊਗਾ ਤਾਂ ਕਿ ਅਸੀਂ ਨੈਸ਼ਨਲ ਇੰਟਰਸਟ ਨੂੰ ਪ੍ਰੋਟੈਕਟ ਕਰ ਸਕੀਏ. ਉਹਨੇ ਮੈਰਿਟਸ ਔਰ ਸੁਪੀਰੀਅਰਿਟੀ ਕਿ ਜਿਹੜਾ ਅਸੀਂ ਪ੍ਰਾਈਸ ਮੈਕੈਨਿਜ਼ਮ ਹੈ ਅਡੋਪਟ ਕਰਦੇ ਹਾਂ, ਪਲੈਨਡ ਪ੍ਰਾਈਸ ਮੈਕੈਨਿਜ਼ਮ, ਉਹਦੇ ਸਾਨੂੰ ਕੀ ਮੈਰਿਟਸ ਨੇ. ਪ੍ਰਾਈਸ ਮੈਕੈਨਿਜ਼ਮ ਆਫ ਅ ਫ੍ਰੀ ਕੰਪੀਟੀਟਿਵ ਮਾਰਕੀਟ ਇਕੋਨਮੀ ਹੈ ਜਿਹੜਾ ਉਸ ਨੂੰ ਸੁਪੀਰੀਅਰ ਮੰਨਿਆ ਜਾਂਦਾ ਹੈ ਪਲੈਨਡ ਤੋਂ, ਠੀਕ ਹੈ. ਕਿਉਂ ਮੰਨਿਆ ਜਾਂਦਾ ਹੈ? ਕਿਉਂਕਿ ਜਿਹੜਾ ਫ੍ਰੀ ਮਾਰਕੀਟ ਇਕੋਨਮੀ ਉਹਦੇ 'ਚ ਅਸੀਂ ਇਕਲਿਬਰੀਅਮ ਬਿਟਵੀਨ ਡਿਮਾਂਡ ਐਂਡ ਸਪਲਾਈ ਹੈ ਲੈਂਦੇ ਹਾਂ, ਰੈਸ਼ਨਲੀ ਰਿਸੋਰਸਿਸ ਨੂੰ ਯੂਟੀਲਾਈਜ਼ ਕਰਦੇ ਇਕਨੋਮਿਕ ਡਿਵੈਲਪਮੈਂਟ ਲੈ ਕੇ ਆਉਂਦੇ ਹਾਂ. ਪਰ ਜੇ ਅਸੀਂ ਪਲੈਨਡ ਪ੍ਰਾਈਸ ਮੈਕੈਨਿਜ਼ਮ ਦੀ ਗੱਲ ਕਰੀਏ ਉੱਥੇ ਪ੍ਰਾਈਸਿਸ ਨੂੰ ਘਟਾਇਆ ਅਤੇ ਵਧਾਇਆ ਜਾਂਦਾ ਹੈ.
because of cutthroat competition, monopolistic tendencies, inequalities of wealth and income, lack of social justice, exploitation, inflation, trade cycles ਦਾ ਆਉਣਾ ਜਾਣਾ, ਇਹ ਕੈਪੀਟਲਿਸਟ ਇਕਾਨਮੀ 'ਚ ਪਾਏ ਜਾਂਦੇ। ਇਸ ਕਰਕੇ ਪ੍ਰਾਈਸ ਮੈਕੈਨਿਜ਼ਮ ਨੇ ਆਪਣੀ ਜਿਹੜੀ ਪੁਰਾਣੀਆਂ ਟਰਡੀਸ਼ਨਲ ਮੈਰਿਟਸ ਉਹਨਾਂ ਨੂੰ ਖੋਹ ਦਿੱਤਾ। ਇਨ ਐਵਰੀ ਇਕਾਨਮੀ ਗਵਰਨਮੈਂਟ ਹੈ ਜਿਹੜੀ ਉਹ ਕੰਟਰੋਲ ਕਰਦੀ ਹੈ ਪ੍ਰਾਈਸ ਮੈਕੈਨਿਜ਼ਮ ਨੂੰ। ਅੰਡਰ ਡਿਵੈਲਪਡ ਮਿਕਸਡ ਇਕਾਨਮੀਜ਼ ਦੇ ਵਿੱਚ ਜਿਹੜੀ ਗਵਰਨਮੈਂਟ ਹੈ ਉਹ ਪ੍ਰਾਈਸ ਮੈਕੈਨਿਜ਼ਮ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਦਿੰਦੀ ਹੈ। ਸੋ ਜੇ ਅਸੀਂ ਕਹੀਏ ਤਾਂ ਪਲੈਨਡ ਪ੍ਰਾਈਸ ਮੈਕੈਨਿਜ਼ਮ ਹੈ ਜਿਹੜਾ ਉਹ ਕੰਪੀਟੀਟਿਵ ਪ੍ਰਾਈਸ ਮੈਕੈਨਿਜ਼ਮ ਤੋਂ ਵਧੀਆ ਹੈ। ਹੁਣ ਕਿੱਦਾਂ ਵਧੀਆ ਹੈ? ਕੰਪੈਰੇਟਿਵ ਸਟੇਬਿਲਿਟੀ ਹੁੰਦੀ ਹੈ ਪ੍ਰਾਈਸਿੰਗ ਦੇ ਵਿੱਚ। ਜਦੋਂ ਅਸੀਂ ਅੰਡਰ ਇਕਨੋਮਿਕ ਪਲੈਨਿੰਗ ਜਿਹੜੀ ਪ੍ਰਾਈਸਿੰਗ ਕਰਦੇ ਹਾਂ ਤਾਂ ਉਹ ਉਨੀ ਇਫੈਕਟ ਨਹੀਂ ਹੁੰਦੀ ਜਿੰਨੀ ਪ੍ਰਾਈਸਿੰਗ ਅੰਡਰ ਫਰੀ ਮਾਰਕੀਟ ਇਕੋਨਮੀ ਅਫੈਕਟ ਹੁੰਦੀ ਹੈ। ਕਿਉਂਕਿ ਪਲੈਨਡ ਇਕੋਨਮੀ ਨੇ ਜਿਹੜੀਆਂ ਉਹ ਰਿਲੇਟਿਵਲੀ ਸਟੇਬਲ ਹੁੰਦੀ ਹੈ, ਕਿਉਂਕਿ ਅਸੀਂ ਉਹਦੇ ਸਭ ਕੁਝ ਸੋਚ ਸਮਝ ਕੇ ਜਿਹੜਾ ਹੈ ਉਹ ਕੀਤਾ ਹੁੰਦਾ। ਇੱਥੇ ਸਿਕਿਉਰਿਟੀ ਹੁੰਦੀ ਹੈ, ਸੁਸਾਇਟੀ ਨੂੰ ਗਰੰਟੀ ਆਫ ਗਰੋਥ ਹੁੰਦੀ ਹੈ, ਪਲੈਨਰਸ ਨੂੰ ਇੰਸਪੀਰੇਸ਼ਨ ਹੁੰਦੀ ਹੈ। ਦੈਨ ਫਲੈਕਸੀਬਲ ਪ੍ਰਾਈਸ ਮੈਕੈਨਿਜ਼ਮ ਦਾ ਸਿਸਟਮ ਹੈ ਜਿਹੜਾ ਇਹ ਮੋਰ ਫਲੈਕਸੀਬਲ ਹੈ ਦੈਨ ਫਰੀ ਮਾਰਕੀਟ ਇਕੋਨਮੀ। ਇਟ ਇਜ਼ ਸੋ ਬਿਕੋਜ਼ ਕਿਉਂਕਿ ਪਲੈਨਡ ਪ੍ਰਾਈਸ ਮੈਕੈਨਿਜ਼ਮ ਨੂੰ ਗਵਰਨਮੈਂਟ ਕੰਟਰੋਲ ਕਰਦੀ ਹੈ, ਇਸ ਕਰਕੇ ਉਹ ਆਪਦੀ ਜ਼ਰੂਰਤ ਦੇ ਅਕੋਰਡਿੰਗ ਇਹਦੇ 'ਚ ਚੇਂਜਸ ਵੀ ਕਰ ਲੈਂਦੀ ਹੈ। ਪ੍ਰੋਪਰ ਯੂਟੀਲਾਈਜੇਸ਼ਨ ਆਫ ਸਕੈਰਸ ਰਿਸੋਰਸਿਸ ਨੂੰ ਪ੍ਰੋਪਰਲੀ ਯੂਜ਼ ਕੀਤਾ ਜਾਂਦਾ ਹੈ, ਉਹਨਾਂ ਦੀ ਵੇਸਟਫੁਲ ਯੂਜ਼ੇਜ ਨੂੰ ਡਿਸਕਰੇਜ ਕੀਤਾ ਜਾਂਦਾ ਹੈ। ਫੋਰ ਐਗਜ਼ਾਮਪਲ ਜੇ ਕੋਈ ਰਿਸੋਰਸ ਸਕੈਰਸ ਹੈ ਤਾਂ ਪਲੈਨਿੰਗ ਅਥਾਰਟੀ ਹੈ ਉਹਦਾ ਪ੍ਰਾਈਸ ਵਧਾਊਗੀ ਅਤੇ ਉਹਦੀ ਡਿਮਾਂਡ ਨੂੰ ਘਟਾ ਦਊਗੀ। ਨਵੀਆਂ ਟੈਕਨੀਕਸ ਆਫ ਪ੍ਰੋਡਕਸ਼ਨ ਨੇ ਜਿਹੜੀਆਂ ਉਹਨਾਂ ਨੂੰ ਸਟੀਮੂਲੇਟ ਕੀਤਾ ਜਾਂਦਾ, ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਉਹਨਾਂ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਵਰਤਦੇ ਹੋ ਕਿ ਜਿਹੜੀ ਉਹ ਪਲੈਨਿੰਗ ਅਥਾਰਟੀ ਉਹਨਾਂ ਦੇ ਪ੍ਰਾਈਸਿਸ ਨੂੰ ਇਸ ਤਰ੍ਹਾਂ ਨਾਲ ਯੂਜ਼ ਕਰੇ ਕਿ ਜਿਹੜਾ ਹੈ ਉਹਨਾਂ ਦਾ ਬੈਟਰ ਯੂਟੀਲਾਈਜੇਸ਼ਨ ਹੋਵੇ। ਦੈਨ ਬੈਟਰ ਡਿਸਟਰੀਬਿਊਸ਼ਨ ਸਿਸਟਮ ਪ੍ਰਾਈਸ ਮੈਕੈਨਿਜ਼ਮ ਹੈ ਅੰਡਰ ਇਕਨੋਮਿਕ ਪਲੈਨਿੰਗ ਉਹ ਪ੍ਰੋਪਰ ਡਿਸਟਰੀਬਿਊਸ਼ਨ ਕਰਦੀ ਹੈ। ਨੈਸੈਸਰੀ ਕੰਜ਼ਿਊਮਰ ਗੁਡਸ ਦੀ ਜਿਹੜੀਆਂ ਦੀ ਸ਼ਾਰਟ ਸਪਲਾਈ ਹੁੰਦੀ ਹੈ ਥਰੂ ਰੈਸ਼ਨਿੰਗ ਅਤੇ ਪ੍ਰਾਈਸ ਕੰਟਰੋਲ। ਇਸ ਕਰਕੇ ਇਹ ਸਭ ਚੀਜ਼ਾਂ ਫਰੀ ਮਾਰਕੀਟ ਦੇ ਵਿੱਚ ਪੋਸੀਬਲ ਨਹੀਂ ਹੁੰਦੀਆਂ। ਅਨਨੈਸੈਸਰੀ ਕੰਜ਼ੰਪਸ਼ਨ ਹੈ ਉਹਦੇ ਉੱਤੇ ਕੰਟਰੋਲ ਕੀਤਾ ਜਾਂਦਾ ਹੈ, ਜਦੋਂ ਕਿ ਫਰੀ ਮਾਰਕੀਟ ਇਕਾਨਮੀ ਚਾਹਚਾ ਨਹੀਂ ਕਰ ਸਕਦੇ। ਮੋਰ ਯੂਜ਼ਫੁਲ ਡਿਊਰਿੰਗ ਵਾਰ ਹੈ ਕਿਉਂਕਿ ਸਰਕਾਰ ਉਸ ਟਾਈਮ ਦੇ ਉੱਤੇ ਕੰਡੀਸ਼ਨਸ ਆਫ ਵਾਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਪਦੀ ਪਲੈਨਡ ਪ੍ਰਾਈਸ ਮੈਕੈਨਿਜ਼ਮ ਦੇ ਚੇਂਜਸ ਕਰ ਸਕਦੀ ਹੈ। ਫਿਰ ਇਕਨੋਮਿਕ ਡਿਵੈਲਪਮੈਂਟ ਹੈ ਅੰਡਰ ਡਿਵੈਲਪਡ ਕੰਟਰੀਜ਼ ਦੇ ਉਸਨੂੰ ਸਟੀਮੂਲੇਟ ਕੀਤਾ ਜਾਂਦਾ ਹੈ, ਕਿਸੇ ਪ੍ਰੈਸ਼ਰ ਦੇ ਅੰਡਰ ਕੰਮ ਨਹੀਂ ਕੀਤਾ ਜਾਂਦਾ। ਜਿੰਨੀਆਂ ਵੀ ਕੰਪਲੈਕਸ ਪ੍ਰੋਬਲਮ ਇਕਨੋਮਿਕ ਗਰੋਥ ਦੀਆਂ ਆਉਂਦੀਆਂ ਉਹਨਾਂ ਨੂੰ ਠੀਕ ਕੀਤਾ ਜਾਂਦਾ ਹੈ। ਸੋ ਇਨ ਸ਼ਾਰਟ ਪ੍ਰਾਈਸ ਮੈਕੈਨਿਜ਼ਮ ਹੈ ਜਿਹੜੀ ਇਕਨੋਮਿਕ ਪਲੈਨਿੰਗ ਦੇ ਅੰਡਰ ਪੋਸੀਬਲ ਹੈ। ਪਲੈਨਿੰਗ ਅਥਾਰਟੀ ਸਹੀ ਤਰੀਕੇ ਦੇ ਨਾਲ ਉਹਨੂੰ ਚਲਾ ਸਕਦੀ ਹੈ। ਇੱਕ ਪਾਸੇ ਪ੍ਰੋਡਕਸ਼ਨ ਨੂੰ ਤੁਸੀਂ ਵਧਾ ਲੈਂਦੇ ਹੋ, ਕੋਸਟ ਆਫ ਪ੍ਰੋਡਕਸ਼ਨ ਨੂੰ ਘਟਾ ਲੈਂਦੇ ਹੋ। ਔਨ ਦੀ ਅਦਰ ਲੋਕਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਤੁਸੀਂ ਕੰਮ ਕਰੋ ਅਤੇ ਆਪਣੇ ਟਾਰਗੇਟਸ ਨੂੰ ਅਚੀਵ ਕਰੋ। ਇਨ ਦਿਸ ਵੇ ਪ੍ਰਾਈਸ ਮੈਕੈਨਿਜ਼ਮ ਹੈ ਜਿਹੜਾ ਉਹ ਅੰਡਰ ਇਕਨੋਮਿਕ ਪਲੈਨਿੰਗ ਇਜ਼ ਮੋਰ ਸੁਪੀਰੀਅਰ ਦੈਨ ਟੂ ਦ ਪ੍ਰਾਈਸ ਮੈਕੈਨਿਜ਼ਮ ਅੰਡਰ ਫਰੀ ਮਾਰਕੀਟ ਇਕੋਨਮੀ ਇਨ ਸੈਵਰਲ ਵੇਜ਼। ਸੋ ਛੋਟਾ ਜਿਹਾ ਚੈਪਟਰ ਸੀ ਬੇਟਾ, ਇਹਦੇ 'ਚ ਤੁਹਾਡੇ ਕੋਲ ਸ਼ਾਰਟ ਕੁਐਸਚਨ ਬਣਦੇ ਨੇ ਜਿਵੇਂ ਪ੍ਰਾਈਸ ਮੈਕੈਨਿਜ਼ਮ ਦੇ ਉੱਤੇ, ਇਕੁਲਿਬਰੀਅਮ ਪ੍ਰਾਈਸਿਸ, ਕੰਪੀਟੀਟਿਵ ਪ੍ਰਾਈਸਿੰਗ, ਟਾਈਪਸ ਆਫ ਪ੍ਰਾਈਸਿੰਗ ਦੇ ਉੱਤੇ। ਠੀਕ ਹੈ, ਲੌਂਗ ਕੁਐਸਚਨ ਕੋਈ ਖਾਸ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈ। 5ਵਾਂ ਕੁਐਸਚਨ ਹੈ ਜਿਹੜਾ ਉਹਦੇ 'ਚ ਪੂਰਾ ਚੈਪਟਰ ਇਨਕਲੂਡ ਹੋ ਜਾਊਗਾ। ਪਲੈਨਡ ਪ੍ਰਾਈਸ ਮੈਕੈਨਿਜ਼ਮ ਇਜ਼ ਸੁਪੀਰੀਅਰ ਟੂ ਕੰਪੀਟੀਟਿਵ ਪ੍ਰਾਈਸ ਮੈਕੈਨਿਜ਼ਮ। ਠੀਕ ਹੈ, ਇਸ ਨੂੰ ਕਰ ਲਿਓ ਬੇਟਾ, ਕੋਈ ਖਾਸ ਇੰਪੋਰਟੈਂਟ ਚੈਪਟਰ ਨਹੀਂ ਹੈ, ਪਰ ਇੱਕ ਵਾਰੀ ਜ਼ਰੂਰ ਇਹਦੀ ਰੀਡਿੰਗ ਹੈ ਜਿਹੜੀ ਉਸਨੂੰ ਲੈ ਲੈਣੀ ਹੈ ਤੁਸੀਂ। ਠੀਕ ਹੈ ਬੇਟਾ, ਟਿਲ ਦੈਨ ਗੁੱਡ ਬਾਏ।